फ्रेंड्स, और वीडियोस के लिए हमारे इस चैनल को सब्सक्राइब करें और बेल आइकन को भी जरूर दबाएं। हेलो फ्रेंड्स, वेलकम टू माय यूट्यूब चैनल। फ्रेंड्स, आज की वीडियो में 6 इंपॉर्टेंट क्वेश्चन करांगे जी, ਜਿਹੜੇ ਕਿ SST ਦੇ ਮਾਸਟਰ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਇਹ, ਇਹਨਾਂ ਨੂੰ ਤੁਸੀਂ ਜ਼ਰੂਰ ਇੱਕ ਵਾਰ ਕਰ ਲਿਓ ਤੇ ਇਸ ਤੋਂ ਇਲਾਵਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਹਾਲੇ ਤੱਕ ਤੁਸੀਂ ਨਹੀਂ ਕੀਤਾ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ ਜੀ। ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈ, ਭਾਰਤ ਦੇ ਸੰਵਿਧਾਨ ਵਿੱਚ ਪਹਿਲਾ ਸੰਸ਼ੋਧਨ ਕਿਹੜੇ ਸਾਲ ਹੋਇਆ ਸੀ? ਤਾਂ ਪਹਿਲਾ ਅਮੈਂਡਮੈਂਟ ਜਿਹੜਾ ਸੀਗਾ ਜੀ ਭਾਰਤੀ ਸੰਵਿਧਾਨ ਦੇ ਵਿੱਚ ਸੰਸ਼ੋਧਨ ਉਹ ਕਿਹੜੇ ਸਾਲ ਹੋਇਆ ਸੀ? ਤਾਂ A ਆਪਸ਼ਨ ਹੈ 1950 ਵਿੱਚ, B ਆਪਸ਼ਨ ਹੈ 1951 ਵਿੱਚ, C ਆਪਸ਼ਨ ਹੈ 1952 ਵਿੱਚ, D ਆਪਸ਼ਨ ਹੈ 1954 ਵਿੱਚ। ਤਾਂ ਭਾਰਤ ਦੇ ਸੰਵਿਧਾਨ ਵਿੱਚ ਪਹਿਲਾ ਸੰਸ਼ੋਧਨ ਜਿਹੜਾ ਹੋਇਆ ਸੀ ਜੀ, ਤਾਂ ਕਿਹੜੇ ਸਾਲ ਹੋਇਆ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ 1951 ਵਿੱਚ। ਠੀਕ ਹੈ ਜੀ, ਪਹਿਲਾ ਸੰਸ਼ੋਧਨ 1951 ਵਿੱਚ ਹੋਇਆ ਸੀ। ਨੈਕਸਟ ਕੁਐਸਚਨ ਹੈ ਜੀ, ਕਿਸੇ ਖੇਤਰ ਨੂੰ ਅਨੁਸੂਚਿਤ ਅਤੇ ਜਨਜਾਤੀ ਖੇਤਰ ਘੋਸ਼ਿਤ ਕਰਨ ਦਾ ਅਧਿਕਾਰ ਨਿਮਨਲਿਖਤ ਵਿੱਚੋਂ ਕਿਸ ਕੋਲ ਹੈ? ਤਾਂ ਕਿਸੇ ਖੇਤਰ ਨੂੰ ਜੇਕਰ ਅਨੁਸੂਚਿਤ ਅਤੇ ਜਨਜਾਤੀ ਖੇਤਰ ਘੋਸ਼ਿਤ ਕਰਨਾ ਹੋਵੇ ਤਾਂ ਜੀ ਉਸਦਾ ਜਿਹੜਾ ਅਧਿਕਾਰ ਹੈ ਉਹ ਕਿਸ ਦੇ ਕੋਲ ਹੁੰਦਾ ਹੈ? ਤਾਂ A ਆਪਸ਼ਨ ਹੈ ਪ੍ਰਧਾਨ ਮੰਤਰੀ, B ਆਪਸ਼ਨ ਹੈ ਉਪ ਰਾਸ਼ਟਰਪਤੀ, C ਆਪਸ਼ਨ ਹੈ ਰਾਸ਼ਟਰਪਤੀ, D ਆਪਸ਼ਨ ਹੈ ਵਿੱਤ ਮੰਤਰੀ। ਤਾਂ ਇਹ ਅਧਿਕਾਰ ਕਿਸ ਦੇ ਕੋਲ ਹੁੰਦਾ ਹੈ ਜੀ? ਤਾਂ ਇਹ ਅਧਿਕਾਰ ਹੁੰਦਾ ਹੈ, ਰਾਈਟ ਆਨਸਰ ਹੋਵੇਗਾ ਜੀ C ਆਪਸ਼ਨ, ਰਾਸ਼ਟਰਪਤੀ ਕੋਲ, ਪ੍ਰੈਜ਼ੀਡੈਂਟ ਦੇ ਕੋਲ। ਠੀਕ ਹੈ ਜੀ, ਕਿਸੇ ਖੇਤਰ ਨੂੰ ਅਨੁਸੂਚਿਤ ਅਤੇ ਜਨਜਾਤੀ ਖੇਤਰ ਘੋਸ਼ਿਤ ਕਰਨ ਦਾ ਅਧਿਕਾਰ ਰਾਸ਼ਟਰਪਤੀ ਕੋਲ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ, ਕਿਸ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੁਆਰਾ ਮਤ ਅਧਿਕਾਰ ਦੀ ਉਮਰ ਸੀਮਾ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ? ਤਾਂ ਪਹਿਲਾਂ ਵੋਟ ਪਾਉਣ ਦੀ ਜਿਹੜੀ ਉਮਰ ਸੀ ਜੀ 21 ਸਾਲ ਸੀ, ਤਾਂ ਉਸ ਤੋਂ ਬਾਅਦ ਇਹ ਘਟਾ ਕੇ 18 ਸਾਲ ਕਰ ਦਿੱਤੀ ਗਈ। ਤਾਂ ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੁਆਰਾ ਇਹ ਕੀਤੀ ਗਈ ਸੀ? ਤਾਂ A ਆਪਸ਼ਨ ਹੈ ਜੀ 42ਵਾਂ, B ਆਪਸ਼ਨ ਹੈ 44ਵਾਂ, C ਆਪਸ਼ਨ 61ਵਾਂ, D ਆਪਸ਼ਨ ਹੈ 75ਵਾਂ। ਤਾਂ ਕਿਹੜਾ ਸੰਵਿਧਾਨ ਸੰਸ਼ੋਧਨ ਅਧਿਨਿਯਮ ਸੀ ਜੀ ਜਿਸ ਦੇ ਦੁਆਰਾ ਜਿਹੜੀ ਮਤ ਦੇ ਅਧਿਕਾਰ ਦੀ ਉਮਰ ਸੀਮਾ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ 61ਵਾਂ, 61st ਅਮੈਂਡਮੈਂਟ ਜਿਹੜਾ ਹੈ ਜੀ, ਅਧਿਨਿਯਮ ਜਿਹੜਾ ਸੀਗਾ ਸੰਸ਼ੋਧਨ ਅਧਿਨਿਯਮ 61ਵਾਂ ਸੰਸ਼ੋਧਨ ਅਧਿਨਿਯਮ ਜਿਹੜਾ ਸੀ ਜੀ ਉਸ ਦੇ ਅਕੋਰਡਿੰਗ ਜਿਹੜੀ ਉਮਰ ਸੀਮਾ ਹੈ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ। ਨੈਕਸਟ ਕੁਐਸਚਨ ਹੈ ਜੀ, 42ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਜੋੜਿਆ ਗਿਆ ਨਵਾਂ ਅਨੁਛੇਦ ਕਿਸ ਨਾਲ ਸੰਬੰਧਿਤ ਹੈ? ਤਾਂ 42ਵੇਂ ਸੰਸ਼ੋਧਨ ਦੀ ਗੱਲ ਕਰੀਏ ਜੀ, ਉਸ ਨਾਲ ਜੋੜਿਆ ਗਿਆ ਇੱਕ ਨਵਾਂ ਅਨੁਛੇਦ ਹੈ ਜੀ, ਉਹ ਕਿਸ ਨਾਲ ਸੰਬੰਧਿਤ ਹੈ? ਤਾਂ A ਆਪਸ਼ਨ ਹੈ ਜੀ ਸੰਪੱਤੀ ਦੇ ਅਧਿਕਾਰ ਨਾਲ, B ਆਪਸ਼ਨ ਹੈ ਭੂਮੀ ਸੁਧਾਰ ਨਾਲ, C ਆਪਸ਼ਨ ਹੈ ਮੂਲ ਕਰਤੱਵਾਂ ਨਾਲ, D ਆਪਸ਼ਨ ਹੈ ਵਪਾਰ ਨਾਲ। ਤਾਂ ਕਿਸ ਦੇ ਨਾਲ ਸੰਬੰਧਿਤ ਹੈ ਜੀ ਉਹ ਅਨੁਛੇਦ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ ਮੂਲ ਕਰਤੱਵਾਂ ਨਾਲ। ਠੀਕ ਹੈ ਜੀ, ਫੰਡਾਮੈਂਟਲ ਡਿਊਟੀਜ਼ ਦੇ ਨਾਲ ਜਿਹੜਾ ਹੈ ਇਹ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ ਜੀ, ਉਹ ਸੰਵਿਧਾਨਿਕ ਸੰਸ਼ੋਧਨ ਕਿਹੜਾ ਹੈ ਜਿਸ ਦੇ ਦੁਆਰਾ ਰਾਜਨੀਤਿਕ ਦਲ ਬਦਲ ਤੇ ਪ੍ਰਤੀਬੰਧ ਲਗਾਇਆ ਗਿਆ ਸੀ? ਤਾਂ ਕਿਹੜਾ ਸੀ ਜੀ ਸੰਸ਼ੋਧਨ ਉਹ ਜਿਸ ਦੇ ਦੁਆਰਾ ਰਾਜਨੀਤਿਕ ਦਲ ਬਦਲ ਤੇ ਪ੍ਰਤੀਬੰਧ ਲਗਾਇਆ ਗਿਆ ਸੀ? ਤਾਂ A ਆਪਸ਼ਨ ਹੈ ਜੀ 1984 ਦਾ 50ਵਾਂ ਸੰਸ਼ੋਧਨ, B ਆਪਸ਼ਨ ਹੈ 1986 ਦਾ 53ਵਾਂ ਸੰਸ਼ੋਧਨ, C ਆਪਸ਼ਨ ਹੈ 1985 ਦਾ 52ਵਾਂ ਸੰਸ਼ੋਧਨ, D ਆਪਸ਼ਨ ਹੈ 1986 ਦਾ 54ਵਾਂ ਸੰਸ਼ੋਧਨ। ਤਾਂ ਕਿਹੜਾ ਸੰਸ਼ੋਧਨ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ C ਆਪਸ਼ਨ 1985 ਦਾ 52ਵਾਂ ਸੰਸ਼ੋਧਨ। ਠੀਕ ਹੈ ਜੀ, ਇਸ ਸੰਸ਼ੋਧਨ ਦੇ ਅਕੋਰਡਿੰਗ ਰਾਜਨੀਤਿਕ ਦਲ ਬਦਲ ਤੇ ਪ੍ਰਤੀਬੰਧ ਲਗਾਇਆ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੇ ਸੰਸ਼ੋਧਨ ਵਿੱਚੋਂ ਕਿਹੜਾ ਸੰਸ਼ੋਧਨ ਕੇਂਦਰੀ ਮੰਤਰੀ ਮੰਡਲ ਦੇ ਆਕਾਰ ਨੂੰ ਸੀਮਿਤ ਕਰਦਾ ਹੈ? ਤਾਂ ਕਿਹੜਾ ਸੰਸ਼ੋਧਨ ਹੈ ਜੀ ਜਿਹੜਾ ਕਿ ਕੇਂਦਰੀ ਮੰਤਰੀ ਮੰਡਲ ਦੇ ਆਕਾਰ ਨੂੰ ਸੀਮਿਤ ਕਰਦਾ ਹੈ? ਤਾਂ A ਆਪਸ਼ਨ ਹੈ ਜੀ 78ਵਾਂ ਸੰਸ਼ੋਧਨ, B ਆਪਸ਼ਨ 91ਵਾਂ ਸੰਸ਼ੋਧਨ, C ਆਪਸ਼ਨ ਹੈ 90ਵਾਂ ਸੰਸ਼ੋਧਨ, D ਆਪਸ਼ਨ ਹੈ 92ਵਾਂ ਸੰਸ਼ੋਧਨ। ਤਾਂ ਕਿਹੜਾ ਸੰਸ਼ੋਧਨ ਹੈ ਜੀ? ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ 91ਵਾਂ ਸੰਸ਼ੋਧਨ ਯਾਨੀ 91st ਅਮੈਂਡਮੈਂਟ। ਠੀਕ ਹੈ ਜੀ, ਇਹ ਕੇਂਦਰੀ ਮੰਤਰੀ ਮੰਡਲ ਦੇ ਆਕਾਰ ਨੂੰ ਸੀਮਿਤ ਕਰਦਾ ਹੈ। ਨੈਕਸਟ ਕੁਐਸਚਨ ਹੈ ਜੀ, ਸੰਵਿਧਾਨ ਸੰਸ਼ੋਧਨ ਕਿੰਨੇ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ? ਤਾਂ ਕਿੰਨੇ ਟਾਈਪਸ ਨੇ ਜੀ, ਕਿੰਨੇ ਤਰ੍ਹਾਂ ਨਾਲ ਸੰਸ਼ੋਧਨ ਕੀਤਾ ਜਾ ਸਕਦਾ ਹੈ ਸੰਵਿਧਾਨ ਦਾ? ਤਾਂ A ਆਪਸ਼ਨ ਹੈ ਜੀ 2, B ਆਪਸ਼ਨ ਹੈ 3, C ਆਪਸ਼ਨ ਹੈ 4, D ਆਪਸ਼ਨ ਹੈ 5। ਤਾਂ ਕਿੰਨੇ ਤਰ੍ਹਾਂ ਨਾਲ ਕੀਤਾ ਜਾ ਸਕਦਾ ਜੀ ਸੰਵਿਧਾਨ ਸੰਸ਼ੋਧਨ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ B ਆਪਸ਼ਨ 3 ਤਰ੍ਹਾਂ ਨਾਲ। ਠੀਕ ਹੈ ਜੀ, ਸੰਵਿਧਾਨ ਸੰਸ਼ੋਧਨ 3 ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈ ਜੀ, ਪਿਛੜਾ ਵਰਗ ਆਯੋਗ ਦਾ ਗਠਨ ਨਿਮਨਲਿਖਤ ਵਿੱਚੋਂ ਕੌਣ ਕਰਦਾ ਹੈ?
ਤਾਂ ਜਿਹੜਾ ਪਿਛੜੇ ਵਰਗ ਦਾ ਆਯੋਗ ਦਾ ਗਠਨ ਹੈ ਜੀ ਉਹ ਨਿਮਨਲਿਖਤ ਜੋ ਕੌਣ ਕਰਦਾ ਹੈ? ਤਾਂ ਇਹ ਆਪਸ਼ਨ ਹੈ ਪ੍ਰਧਾਨ ਮੰਤਰੀ, ਬੀ ਆਪਸ਼ਨ ਹੈ ਗ੍ਰਹਿ ਮੰਤਰੀ, ਸੀ ਆਪਸ਼ਨ ਹੈ ਰਾਸ਼ਟਰਪਤੀ, ਡੀ ਆਪਸ਼ਨ ਹੈ ਉਪ ਰਾਸ਼ਟਰਪਤੀ। ਤਾਂ ਕੌਣ ਕਰਦਾ ਹੈ ਜੀ ਪਿਛੜੇ ਵਰਗ ਆਯੋਗ ਦਾ ਗਠਨ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਰਾਸ਼ਟਰਪਤੀ, ਯਾਨੀ ਕਿ ਪ੍ਰੈਜ਼ੀਡੈਂਟ। ਠੀਕ ਹੈ ਜੀ, ਰਾਸ਼ਟਰਪਤੀ ਪਿਛੜੇ ਵਰਗ ਆਯੋਗ ਦਾ ਗਠਨ ਕਰਦਾ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਜਿਹੜੀ ਭਾਰਤੀ ਕਮਿਊਨਿਸਟ ਪਾਰਟੀ ਹੈ ਜੀ CPI, ਉਸ ਦਾ ਜਿਹੜਾ ਮੁੱਖ ਦਫ਼ਤਰ ਹੈ ਜੀ ਉਹ ਕਿੱਥੇ ਸਥਿਤ ਹੈ? ਤਾਂ ਇਹ ਆਪਸ਼ਨ ਹੈ ਨਵੀਂ ਦਿੱਲੀ, ਬੀ ਆਪਸ਼ਨ ਹੈ ਜੈਪੁਰ, ਸੀ ਆਪਸ਼ਨ ਹੈ ਲਖਨਊ, ਡੀ ਆਪਸ਼ਨ ਹੈ ਪਟਨਾ। ਤਾਂ ਕਿੱਥੇ ਹੈ ਜੀ ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਖ ਦਫ਼ਤਰ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਇਹ ਆਪਸ਼ਨ ਨਵੀਂ ਦਿੱਲੀ, ਨਿਊ ਦਿੱਲੀ। ਠੀਕ ਹੈ ਜੀ, ਨਵੀਂ ਦਿੱਲੀ, ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਸਥਿਤ ਹੈ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਤ ਵਿੱਚੋਂ ਕਿਸ ਰਾਜਨੀਤਿਕ ਦਲ ਦੀ ਸਥਾਪਨਾ ਸੁਤੰਤਰਤਾ ਤੋਂ ਪਹਿਲਾਂ ਹੋਈ ਸੀ? ਤਾਂ ਕਿਹੜਾ ਰਾਜਨੀਤਿਕ ਦਲ ਹੈ ਜੀ ਜਿਸ ਦੀ ਸਥਾਪਨਾ ਸੁਤੰਤਰਤਾ ਤੋਂ ਪਹਿਲਾਂ ਹੋਈ ਸੀ? ਤਾਂ ਇਹ ਆਪਸ਼ਨ ਹੈ ਜੀ ਜਨਸੰਘ, ਬੀ ਆਪਸ਼ਨ ਹੈ ਭਾਰਤੀ ਸਾਮਿਆਵਾਦੀ ਦਲ, ਸੀ ਆਪਸ਼ਨ ਹੈ ਸੁਤੰਤਰ ਪਾਰਟੀ, ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜਾ ਰਾਜਨੀਤਿਕ ਦਲ ਸੀ ਜੀ ਜਿਸ ਦੀ ਸਥਾਪਨਾ ਫਰੀडम ਤੋਂ ਪਹਿਲਾਂ ਹੀ ਹੋ ਗਈ ਸੀ, ਸੁਤੰਤਰਤਾ ਤੋਂ ਪਹਿਲਾਂ ਹੀ ਹੋਈ ਸੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਭਾਰਤੀ ਸਾਮਿਆਵਾਦੀ ਦਲ। ਠੀਕ ਹੈ ਜੀ, ਭਾਰਤੀ ਸਾਮਿਆਵਾਦੀ ਦਲ ਦੀ ਸਥਾਪਨਾ ਸੁਤੰਤਰਤਾ ਤੋਂ ਪਹਿਲਾਂ ਹੋਈ ਸੀ। ਨੈਕਸਟ ਕੁਐਸਚਨ ਹੈ, ਰਾਜਨੀਤਿਕ ਦਲ ਨਿਮਨਲਿਖਤ ਵਿੱਚੋਂ ਕਿਸ ਦੇ ਲਈ ਜ਼ਰੂਰੀ ਹੈ? ਤਾਂ ਜਿਹੜਾ ਰਾਜਨੀਤਿਕ ਦਲ ਹੁੰਦਾ ਹੈ ਜੀ ਉਹ ਨਿਮਨਲਿਖਤ ਵਿੱਚੋਂ ਕਿਸ ਚੀਜ਼ ਲਈ ਜ਼ਰੂਰੀ ਹੁੰਦਾ ਹੈ? ਤਾਂ ਇਹ ਆਪਸ਼ਨ ਹੈ ਜੀ ਤਾਨਾਸ਼ਾਹੀ ਲਈ, ਬੀ ਆਪਸ਼ਨ ਹੈ ਲੋਕਤੰਤਰ ਲਈ, ਸੀ ਆਪਸ਼ਨ ਹੈ ਸੈਨਿਕ ਸ਼ਾਸਨ ਲਈ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜਿਹੜਾ ਰਾਜਨੀਤਿਕ ਦਲ ਹੈ ਜੀ ਉਹ ਕਿਸ ਦੇ ਲਈ ਜ਼ਰੂਰੀ ਹੁੰਦਾ ਹੈ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਲੋਕਤੰਤਰ ਲਈ, ਡੈਮੋਕ੍ਰੇਸੀ ਲਈ। ਠੀਕ ਹੈ ਜੀ, ਰਾਜਨੀਤਿਕ ਦਲ ਲੋਕਤੰਤਰ ਲਈ ਜ਼ਰੂਰੀ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕਿਹੜੇ ਸਾਲ ਕੀਤਾ ਗਿਆ ਸੀ? ਭਾਰਤੀ ਕਮਿਊਨਿਸਟ ਪਾਰਟੀ ਦਾ ਜਿਹੜਾ ਗਠਨ ਹੈ ਜੀ ਉਹ ਕਿਹੜੇ ਸਾਲ ਕੀਤਾ ਗਿਆ ਸੀ? ਤਾਂ ਇਹ ਆਪਸ਼ਨ ਹੈ ਜੀ 1912, ਬੀ ਆਪਸ਼ਨ ਹੈ 1915, ਸੀ ਆਪਸ਼ਨ ਹੈ 1918, ਡੀ ਆਪਸ਼ਨ ਹੈ 1921। ਤਾਂ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕਿਹੜੇ ਸਾਲ ਕੀਤਾ ਗਿਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ 1921 ਵਿੱਚ। ਠੀਕ ਹੈ ਜੀ, ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ 1921 ਵਿੱਚ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਭਾਰਤ ਦੇ ਚੋਣ ਆਯੋਗ ਦੁਆਰਾ ਨਿਮਨਲਿਖਤ ਰਾਜਨੀਤਿਕ ਦਲਾਂ ਵਿੱਚੋਂ ਕਿਸ ਨੂੰ ਰਾਸ਼ਟਰੀ ਦਲ ਦੇ ਰੂਪ ਵਿੱਚ ਮਾਨਤਾ ਨਹੀਂ ਦਿੱਤੀ ਗਈ ਹੈ? ਤਾਂ ਇਹਨਾਂ ਵਿੱਚ ਦੱਸਣਾ ਹੈ ਜੀ ਕਿਹੜਾ ਰਾਜਨੀਤਿਕ ਦਲ ਹੈ ਜਿਸ ਨੂੰ ਕਿ ਰਾਸ਼ਟਰੀ ਦਲ ਦੇ ਰੂਪ ਵਿੱਚ ਮਾਨਤਾ ਨਹੀਂ ਦਿੱਤੀ ਗਈ ਹੈ, ਕਿਸ ਵੱਲੋਂ? ਭਾਰਤ ਦੇ ਚੋਣ ਆਯੋਗ ਦੁਆਰਾ। ਤਾਂ ਕਿਹੜਾ ਹੈ ਜੀ ਰਾਜਨੀਤਿਕ ਦਲ ਉਹ ਜਿਸ ਨੂੰ ਕਿ ਰਾਸ਼ਟਰੀ ਦਲ ਦੇ ਰੂਪ ਵਿੱਚ ਮਾਨਤਾ ਨਹੀਂ ਮਿਲੀ? ਤਾਂ ਇਹ ਆਪਸ਼ਨ ਹੈ ਜੀ ਰਾਸ਼ਟਰੀ ਕਾਂਗਰਸ ਪਾਰਟੀ, ਬੀ ਆਪਸ਼ਨ ਹੈ ਸਮਾਜਵਾਦੀ ਪਾਰਟੀ, ਸੀ ਆਪਸ਼ਨ ਹੈ ਬਹੁਜਨ ਸਮਾਜ ਪਾਰਟੀ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜਾ ਰਾਜਨੀਤਿਕ ਦਲ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ। ਠੀਕ ਹੈ ਜੀ, ਸਮਾਜਵਾਦੀ ਪਾਰਟੀ, ਬੀ ਆਪਸ਼ਨ ਜਿਹੜਾ ਹੈ ਰਾਈਟ ਆਂਸਰ ਹੋਵੇਗਾ। ਠੀਕ ਹੈ ਜੀ, ਸਮਾਜਵਾਦੀ ਪਾਰਟੀ ਨੂੰ ਜਿਹੜਾ ਹੈ ਰਾਸ਼ਟਰੀ ਦਲ ਦੇ ਰੂਪ ਵਿੱਚ ਮਾਨਤਾ ਨਹੀਂ ਦਿੱਤੀ ਗਈ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਨਿਮਨਲਿਖਤ ਵਿੱਚੋਂ ਕਿਹੜਾ ਖੇਤਰੀ ਰਾਜਨੀਤਿਕ ਦਲ ਹੈ? ਤਾਂ ਇਹਨਾਂ ਵਿੱਚੋਂ ਦੱਸਣਾ ਹੈ ਜੀ ਕਿਹੜਾ ਰਾਜਨੀਤਿਕ ਦਲ ਹੈ ਜੀ ਜਿਹੜਾ ਕਿ ਖੇਤਰੀ ਰਾਜਨੀਤਿਕ ਦਲ ਹੈ। ਤਾਂ ਇਹ ਆਪਸ਼ਨ ਹੈ ਜੀ ਕਾਂਗਰਸ, ਬੀ ਆਪਸ਼ਨ ਹੈ ਅਕਾਲੀ ਦਲ, ਸੀ ਆਪਸ਼ਨ ਹੈ ਭਾਜਪਾ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜਾ ਰਾਜਨੀਤਿਕ ਦਲ ਹੈ ਜਿਹੜਾ ਖੇਤਰੀ ਰਾਜਨੀਤਿਕ ਦਲ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਬੀ ਆਪਸ਼ਨ ਅਕਾਲੀ ਦਲ। ਠੀਕ ਹੈ ਜੀ, ਅਕਾਲੀ ਦਲ ਰਾਜਨੀਤਿਕ ਦਲ ਜਿਹੜਾ ਹੈ ਜੀ ਉਹ ਖੇਤਰੀ ਰਾਜਨੀਤਿਕ ਦਲ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਜਨਤਾ ਪਾਰਟੀ ਦਾ ਚੋਣ ਦਾ ਚਿੰਨ੍ਹ ਨਿਮਨਲਿਖਤ ਵਿੱਚੋਂ ਕਿਹੜਾ ਹੈ? ਤਾਂ ਕਿਹੜਾ ਚਿੰਨ੍ਹ ਸਿੰਬਲ ਕੀ ਹੈ ਜੀ, ਚਿੰਨ੍ਹ ਕਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਵਿੱਚੋਂ? ਤਾਂ ਇਹ ਆਪਸ਼ਨ ਹੈ ਜੀ ਕਮਲ, ਬੀ ਆਪਸ਼ਨ ਹੈ ਹੱਥ ਪੰਜਾ, ਸੀ ਆਪਸ਼ਨ ਹੈ ਚੱਕਰ, ਡੀ ਆਪਸ਼ਨ ਹੈ ਹਾਥੀ। ਤਾਂ ਇਹਨਾਂ ਵਿੱਚੋਂ ਕਿਹੜਾ ਹੈ ਜੀ ਸਿੰਬਲ ਭਾਰਤੀ ਜਨਤਾ ਪਾਰਟੀ ਦਾ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਇਹ ਆਪਸ਼ਨ ਕਮਲ। ਠੀਕ ਹੈ ਜੀ, ਕਮਲ ਦਾ ਫੁੱਲ। ਭਾਰਤੀ ਜਨਤਾ ਪਾਰਟੀ ਦਾ ਚੋਣ ਦਾ ਨਿਸ਼ਾਨ ਯਾਨੀ ਚਿੰਨ੍ਹ ਕਮਲ ਦਾ ਫੁੱਲ ਹੈ। ਠੀਕ ਹੈ ਜੀ,
ਤਾਂ ਫਰੈਂਡਸ ਇਹ 6 ਦੇ ਇੰਪੋਰਟੈਂਟ ਕੁਐਸਚਨ ਸੀ ਜਿਹੜੇ ਕਿ SST ਤੇ ਮਾਸਟਰ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਟਾਈਮ ਟੂ ਟਾਈਮ। ਠੀਕ ਹੈ ਜੀ। ਇਸ ਤੋਂ ਇਲਾਵਾ ਜੇਕਰ ਤੁਹਾਡੇ ਦਿਮਾਗ ਵਿੱਚ ਕੋਈ ਕੁਐਸਚਨ ਹੋਵੇ, ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਪੁੱਛੋ, ਮੈਂ ਤੁਹਾਨੂੰ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।